ਤਾਂ ਅੱਜ ਆਪਾਂ ਗੱਲ ਕਰਾਂਗੇ 12ਵੀਂ ਜਮਾਤ ਦੀ ਪੰਜਾਬੀ ਕਵਿਤਾ ਬਾਰੇ ਤੇ ਖਾਸ ਤੌਰ ਤੇ ਉਸ ਦੀ ਇੱਕ ਵੱਡੀ ਚੁਣੌਤੀ ਬਾਰੇ। ਕਵਿਤਾਵਾਂ ਤੇ ਉਹਨਾਂ ਦੇ ਕਵੀਆਂ ਦੇ ਨਾਂ ਯਾਦ ਰੱਖਣਾ ਹੈ ਨਾ ਔਖਾ ਕੰਮ। ਪਰ ਅੱਜ ਆਪਾਂ ਇੱਕ ਅਜਿਹਾ ਸ਼ਾਨਦਾਰ ਤਰੀਕਾ ਦੇਖਾਂਗੇ ਜਿਸ ਨਾਲ ਇਹ ਸਭ ਕੁਝ ਬਿਲਕੁਲ ਸੌਖਾ ਹੋ ਜਾਵੇਗਾ। ਹੁੰਦਾ ਕੀ ਹੈ, ਜਿਵੇਂ-ਜਿਵੇਂ ਇਮਤਿਹਾਨ ਨੇੜੇ ਆਉਂਦੇ ਨੇ, ਇੱਕੋ ਹੀ ਚਿੰਤਾ ਸਤਾਉਂਦੀ ਹੈ ਕਿ ਇੰਨੇ ਸਾਰੇ ਨਾਂ ਕਿਵੇਂ ਯਾਦ ਰਹਿਣਗੇ। ਕਈ ਵਾਰ ਕਵਿਤਾ ਦਾ ਨਾਂ ਯਾਦ ਹੁੰਦਾ ਹੈ, ਪਰ ਕਵਿਤਾ ਭੁੱਲ ਜਾਂਦਾ, ਤੇ ਕਦੇ-ਕਦੇ ਕਵੀ ਦਾ ਨਾਂ ਤਾਂ ਚੇਤੇ ਹੁੰਦਾ ਹੈ, ਪਰ ਕਵਿਤਾ ਦਾ ਨਹੀਂ। ਸੱਚੀ, ਇਹ ਉਲਝਣ ਲਗਭਗ ਹਰ ਸਟੂਡੈਂਟ ਨੂੰ ਹੁੰਦੀ ਹੀ ਹੈ। ਪਰ ਹੁਣ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਮ ਦੇ ਇੱਕ ਪੰਜਾਬੀ ਅਧਿਆਪਕ ਸਰ ਸੁਖਚੈਨ ਸਿੰਘ ਕੁਰੜ ਨੇ ਇਸ ਸਮੱਸਿਆ ਦਾ ਇੱਕ ਬਹੁਤ ਹੀ ਵਧੀਆ ਹੱਲ ਲੱਭਿਆ ਹੈ। ਬਸ ਕੁਝ ਸਧਾਰਨ ਜਿਹੇ ਵਾਕ ਤੇ ਪੂਰੀ ਲਿਸਟ ਯਾਦ। ਇਹ ਤਰੀਕਾ ਸੱਚਮੁੱਚ ਯਾਦ ਕਰਨ ਦੇ ਕੰਮ ਨੂੰ ਬਹੁਤ ਆਸਾਨ ਬਣਾ ਦਿੰਦਾ ਹੈ। ਚਲੋ ਫਿਰ ਦੇਖਦੇ ਹਾਂ ਕਿ ਇਹ ਤਰੀਕਾ ਅਸਲ ਵਿੱਚ ਕੰਮ ਕਿਵੇਂ ਕਰਦਾ ਹੈ। ਆਓ ਇੱਕ-ਇੱਕ ਕਰਕੇ ਇਹਨਾਂ ਵਾਕਾਂ ਨੂੰ ਸਮਝਦੇ ਹਾਂ ਤੇ ਦੇਖਦੇ ਹਾਂ ਕਿ ਇਹ ਜਾਦੂ ਹੈ ਕੀ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਟੁਕੜੀ ਜਗ ਤੋਂ ਨਿਆਰੀ ਦੀ। ਹੁਣ ਸਵਾਲ ਇਹ ਹੈ ਕਿ ਇਸ ਜੋੜੀ ਨੂੰ ਯਾਦ ਕਿਵੇਂ ਰੱਖਿਆ ਜਾਵੇ। ਇਸ ਨੂੰ ਯਾਦ ਕਰਨ ਲਈ ਵਾਕ ਹੈ, ਮੇਰੇ ਵੀਰ ਦੀ ਸੋਚ ਜਗ ਤੋਂ ਨਿਆਰੀ ਹੈ। ਦੇਖਿਆ ਕਿੰਨਾ ਸੌਖਾ। ਮੇਰੇ ਵੀਰ ਤੋਂ ਸਾਨੂੰ ਭਾਈ ਵੀਰ ਸਿੰਘ ਯਾਦ ਆ ਗਏ ਅਤੇ ਜਗ ਤੋਂ ਨਿਆਰੀ ਤੋਂ ਸਿੱਧਾ ਕਵਿਤਾ ਦਾ ਨਾਂ। ਬਸ ਇੱਕ ਲਾਈਨ ਯਾਦ ਰੱਖੋ ਤੇ ਦੋਵੇਂ ਨਾਂ ਪੱਕੇ ਹੋ ਗਏ। ਠੀਕ ਹੈ, ਹੁਣ ਅੱਗੇ ਵਧਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਚਲੋ ਦੇਖਦੇ ਹਾਂ ਇਸ ਲਈ ਕਿਹੜਾ ਵਾਕ ਬਣਾਇਆ ਗਿਆ ਹੈ। ਵਾਹ, ਇੱਥੇ ਸ਼ਬਦਾਂ ਨਾਲ ਬੜੀ ਖੂਬਸੂਰਤੀ ਨਾਲ ਖੇਡਿਆ ਗਿਆ ਹੈ। ਵਾਕ ਹੈ, ਪੁਰਾਣੇ ਪੰਜਾਬ ਨੂੰ ਕਿਉਂ ਨਾ ਆਵਾਜ਼ਾਂ ਮਾਰੀਏ, ਉਹ ਤਾਂ ਆਪਣੇ ਆਪ ਵਿੱਚ ਪੂਰਨ ਸੀ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਤਾਂ ਸਿੱਧਾ ਕਵਿਤਾ ਦਾ ਨਾਂ ਹੋ ਗਿਆ ਅਤੇ ਪੂਰਨ ਸ਼ਬਦ ਸਾਨੂੰ ਪ੍ਰੋ ਪੂਰਨ ਸਿੰਘ ਦੀ ਯਾਦ ਦਿਵਾਉਂਦਾ ਹੈ। ਬਹੁਤ ਵਧੀਆ। ਹੁਣ ਗੱਲ ਕਰਦੇ ਹਾਂ ਕਵਿਤਾ ਵਗਦੇ ਪਾਣੀ ਦੀ, ਜਿਸ ਨੂੰ ਲਿਖਿਆ ਹੈ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੇ। ਇਹਨਾਂ ਦੋਵਾਂ ਨਾਮਾਂ ਵਿੱਚ ਇੱਕ ਸਾਂਝ ਹੈ, ਧਿਆਨ ਦਿੱਤਾ? ਇਹ ਵਾਕ ਤਾਂ ਬਿਲਕੁਲ ਸਿੱਧਾ ਜਿਹਾ ਹੈ। ਪਾਣੀ ਵਗਦੇ ਹੀ ਸੋਹਣੇ ਲੱਗਦੇ ਨੇ, ਚਾਹੇ ਕਾਲੇ ਪਾਣੀ ਹੀ ਕਿਉਂ ਨਾ ਹੋਣ। ਦੇਖੋ, ਪਾਣੀ ਵਗਦੇ ਤੋਂ ਕਵਿਤਾ ਯਾਦ ਆ ਗਈ ਅਤੇ ਕਾਲੇ ਪਾਣੀ ਤੋਂ ਸਿੱਧਾ ਕਵੀ ਦਾ ਨਾਂ। ਇਸ ਵਿੱਚ ਤਾਂ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚਦੀ। ਚਲੋ ਹੁਣ ਦੇਖਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਦੀ ਮਸ਼ਹੂਰ ਕਵਿਤਾ ਤਾਜ ਮਹਿਲ ਨੂੰ। ਇਸ ਨੂੰ ਯਾਦ ਕਰਨ ਦਾ ਤਰੀਕਾ ਵੀ ਓਨਾ ਹੀ ਖੂਬਸੂਰਤ ਹੈ ਜਿੰਨੀ ਖੁਦ ਕਵਿਤਾ ਹੈ। ਵਾਕ ਹੈ, ਤਾਜ ਮਹਿਲ ਨੇ ਪ੍ਰੋਫੈਸਰ ਦਾ ਮਨ ਮੋਹ ਲਿਆ। ਦੇਖੋ ਕਿੰਨੀ ਹੋਸ਼ਿਆਰੀ ਨਾਲ ਬਣਾਇਆ ਹੈ। ਤਾਜ ਮਹਿਲ ਤਾਂ ਕਵਿਤਾ ਦਾ ਨਾਂ ਹੋ ਗਿਆ ਅਤੇ ਮਨ ਮੋਹ ਲੈਣਾ ਸਿੱਧਾ ਸਾਨੂੰ ਮੋਹਨ ਸਿੰਘ ਤੱਕ ਪਹੁੰਚਾਉਂਦਾ ਹੈ। ਵਾਕਈ ਕਮਾਲ ਦਾ ਤਰੀਕਾ ਹੈ। ਅੱਛਾ ਜੀ, ਹੁਣ ਵਾਰੀ ਹੈ ਕਵਿਤਾ ਚੁੰਮ ਚੁੰਮ ਰੱਖੋ ਦੀ। ਇਸ ਦੇ ਕਵੀ ਹਨ ਨੰਦ ਲਾਲ ਨੂਰਪੁਰੀ। ਇੱਥੇ ਤਾਂ ਕਵੀ ਦੇ ਉਪਨਾਮ ਨੂਰਪੁਰੀ ਨੂੰ ਹੀ ਵਾਕ ਦਾ ਆਧਾਰ ਬਣਾ ਲਿਆ ਹੈ। ਨੂਰਪੁਰੀ ਕਹਿੰਦਾ, ਮੇਰੇ ਪੋਤਿਆਂ ਦੀ ਕਲਗੀ ਚੁੰਮ ਚੁੰਮ ਰੱਖੋ। ਕਵੀ ਦਾ ਨਾਂ ਪਹਿਲਾ ਤੇ ਫਿਰ ਕਵਿਤਾ ਦਾ। ਬਹੁਤ ਹੀ ਸਿੱਧਾ ਤੇ ਅਸਰਦਾਰ। ਚਲੋ ਹਲੇ ਕਹਾਣੀ ਖਤਮ ਨਹੀਂ ਹੋਈ, ਕੁਝ ਹੋਰ ਉਦਾਹਰਣਾਂ ਵੀ ਦੇਖਦੇ ਹਾਂ। ਇਹ ਤਕਨੀਕ ਅੱਗੇ ਵੀ ਓਨੀ ਹੀ ਦਿਲਚਸਪ ਹੈ। ਦੇਖਿਓ, ਅਗਲੀ ਕਵਿਤਾ ਹੈ ਦੋਸਤਾਂ ਅਤੇ ਇਸ ਦੇ ਕਵੀ ਨੇ ਪਿਆਰਾ ਸਿੰਘ ਸਹਿਰਾਈ। ਓਹੋ, ਇਸ ਵਾਕ ਵਿੱਚ ਤਾਂ ਕਮਾਲ ਹੀ ਹੋ ਗਿਆ ਹੈ। ਧਿਆਨ ਨਾਲ ਦੇਖੋ, ਇਸ ਵਿੱਚ ਕਵੀ ਦੇ ਨਾਂ ਦੇ ਦੋਵੇਂ ਹਿੱਸੇ ਅਤੇ ਕਵਿਤਾ ਦਾ ਨਾਂ ਤਿੰਨੋਂ ਹੀ ਸ਼ਾਮਿਲ ਨੇ। ਸਹਿਪਾਠੀ ਤੋਂ ਸਹਿਰਾਈ, ਦੋਸਤ ਤੋਂ ਦੋਸਤਾਂ ਅਤੇ ਪਿਆਰਾ ਤੋਂ ਪਿਆਰਾ ਸਿੰਘ। ਵਾਹ ਕਿਆ ਬਾਤ ਹੈ। ਹੁਣ ਗੱਲ ਕਰਦੇ ਹਾਂ ਇੱਕ ਬਹੁਤ ਹੀ ਮਸ਼ਹੂਰ ਕਵਿਤਾ ਵਾਰਿਸ ਸ਼ਾਹ ਦੀ, ਜਿਸ ਨੂੰ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਹੈ। ਇਸ ਲਈ ਬਣਾਇਆ ਗਿਆ ਵਾਕ ਵੀ ਕਵਿਤਾ ਵਾਂਗ ਹੀ ਡੂੰਘਾ ਤੇ ਖੂਬਸੂਰਤ ਹੈ। ਵਾਕ ਹੈ, ਆਪਣੇ ਪਰਿਵਾਰ ਦਾ ਸੁਚੱਜਾ ਵਾਰਿਸ ਉਹੀ ਬਣਦਾ ਹੈ ਜਿਸ ਨੂੰ ਮਾਪਿਆਂ ਦੀ ਅੰਮ੍ਰਿਤ ਵੇਲੇ ਅਸ਼ੀਸ਼ ਮਿਲੀ ਹੋਵੇ। ਵਾਰਿਸ ਸਾਨੂੰ ਕਵਿਤਾ ਵੱਲ ਲੈ ਜਾਂਦਾ ਹੈ ਅਤੇ ਅੰਮ੍ਰਿਤ ਸਾਨੂੰ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਯਾਦ ਦਿਵਾਉਂਦਾ ਹੈ। ਚਲੋ ਜੀ, ਅੱਗੇ ਵਧਦੇ ਹਾਂ ਮੇਰਾ ਬਚਪਨ ਕਵਿਤਾ ਵੱਲ, ਜਿਸ ਦੇ ਕਵੀ ਹਨ ਹਰਭਜਨ ਸਿੰਘ। ਇਹ ਤਾਂ ਸ਼ਾਇਦ ਸਭ ਤੋਂ ਸੌਖਾ ਹੈ। ਮੇਰਾ ਬਚਪਨ ਹਰੀ ਦੇ ਭਜਨ ਨਾਲ ਜੁੜਿਆ ਹੋਇਆ ਸੀ। ਮੇਰਾ ਬਚਪਨ ਕਵਿਤਾ ਦਾ ਸਿਰਲੇਖ ਅਤੇ ਹਰੀ ਦੇ ਭਜਨ ਸਿੱਧਾ ਹਰਭਜਨ ਸਿੰਘ ਵੱਲ ਇਸ਼ਾਰਾ ਕਰ ਰਿਹਾ ਹੈ। ਹੁਣ ਵਾਰੀ ਹੈ ਪੰਜਾਬੀ ਕਵਿਤਾ ਦੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਗੀਤ ਦੀ। ਇੱਥੇ ਕਵੀ ਦੇ ਪਹਿਲੇ ਨਾਂ ਸ਼ਿਵ ਦੀ ਵਰਤੋਂ ਕੀਤੀ ਗਈ ਹੈ। ਸ਼ਿਵ ਦੇ ਲਿਖੇ ਗੀਤ ਅੱਜ ਦੇ ਗਾਇਕ ਵੀ ਗਾਉਂਦੇ ਹਨ। ਬਹੁਤ ਹੀ ਛੋਟਾ ਜਿਹਾ ਪਿਆਰਾ ਜਿਹਾ ਵਾਕ ਹੈ ਜੋ ਬੜੀ ਆਸਾਨੀ ਨਾਲ ਯਾਦ ਰਹਿ ਸਕਦਾ ਹੈ। ਅਤੇ ਆਖਰੀ ਪਰ ਬਹੁਤ ਹੀ ਮਹੱਤਵਪੂਰਨ ਕਵਿਤਾ ਹੈ
ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ। ਅਤੇ ਇਸ ਦੇ ਕਵੀ ਹਨ ਸੁਰਜੀਤ ਪਾਤਰ ਸਾਹਿਬ। ਇਸ ਆਖਰੀ ਉਦਾਹਰਣ ਵਿੱਚ ਸੁਰਜੀਤ ਸਿੰਘਾ ਕਹਿ ਕੇ ਸਿੱਧਾ ਸੁਰਜੀਤ ਪਾਤਰ ਵੱਲ ਇਸ਼ਾਰਾ ਕੀਤਾ ਗਿਆ ਹੈ ਅਤੇ ਬਾਕੀ ਦਾ ਵਾਕ ਕਵਿਤਾ ਦਾ ਹੀ ਹਿੱਸਾ ਹੈ। ਸੱਚਮੁੱਚ ਇਹ ਸਾਰੇ ਦੇ ਸਾਰੇ ਵਾਕ ਕਿੰਨੇ ਜ਼ਿਆਦਾ ਅਸਰਦਾਰ ਨੇ। ਤਾਂ ਸਵਾਲ ਇਹ ਉੱਠਦਾ ਹੈ ਕਿ ਇਸ ਤਰੀਕੇ ਦੀ ਸਫਲਤਾ ਪਿੱਛੇ ਦਾ ਅਸਲ ਰਾਜ਼ ਕੀ ਹੈ? ਮਤਲਬ ਇਹ ਤਕਨੀਕ ਇੰਨੀ ਵਧੀਆ ਕੰਮ ਕਰਦੀ ਕਿਉਂ ਹੈ? ਆਓ ਇਸ ਨੂੰ ਸਮਝਦੇ ਹਾਂ। ਤਦ ਦੇਖੋ, ਮੁੱਖ ਨਿਯਮ ਬਹੁਤ ਸੌਖਾ ਹੈ। ਨਾਵਾਂ ਨੂੰ ਰੱਟਾ ਨਹੀਂ ਲਗਾਣਾ, ਬਿਲਕੁਲ ਨਹੀਂ। ਬਸ ਇਨ੍ਹਾਂ ਦਿਲਚਸਪ ਵਾਕਾਂ ਨੂੰ, ਇਨ੍ਹਾਂ ਛੋਟੀਆਂ-ਛੋਟੀਆਂ ਕਹਾਣੀਆਂ ਨੂੰ ਯਾਦ ਰੱਖਣਾ ਹੈ। ਜਦੋਂ ਆਪਾਂ ਇੱਕ ਵਾਕ ਯਾਦ ਕਰਦੇ ਹਾਂ ਤਾਂ ਆਪਣਾ ਦਿਮਾਗ ਇੱਕ ਤਸਵੀਰ ਬਣਾਉਂਦਾ ਹੈ ਤੇ ਉਸੇ ਤਸਵੀਰ ਕਰਕੇ ਕਵੀ ਅਤੇ ਕਵਿਤਾ ਦੇ ਨਾਂ ਆਪਣੇ ਆਪ ਹੀ ਯਾਦ ਆ ਜਾਂਦੇ ਨੇ। ਇਹ ਤਰੀਕਾ ਸਿਰਫ ਪੰਜਾਬੀ ਦੀਆਂ ਕਵਿਤਾਵਾਂ ਲਈ ਹੀ ਨਹੀਂ ਹੈ, ਸਗੋਂ ਇਹ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਕਿ ਆਪਾਂ ਪੜ੍ਹਾਈ ਦੇ ਹਰ ਵਿਸ਼ੇ ਵਿੱਚ ਅਜਿਹੀ ਰਚਨਾਤਮਕ ਸੋਚ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ। ਸੋਚ ਕੇ ਦੇਖੋ, ਜੇ ਹਰ ਵਿਸ਼ੇ ਨੂੰ ਇਸ ਤਰ੍ਹਾਂ ਮਜ਼ੇਦਾਰ ਬਣਾ ਲਿਆ ਜਾਵੇ ਤਾਂ ਸਿੱਖਣਾ ਕਦੇ ਵੀ ਬੋਝ ਨਹੀਂ ਲੱਗੇਗਾ, ਸਗੋਂ ਇੱਕ ਯਾਦਗਾਰੀ ਸਫ਼ਰ ਬਣ ਜਾਵੇਗਾ।